ਮੈਂ 16 ਸਾਲ ਦੀ ਖੂਬਸੂਰਤ ਨੌਕਰਾਣੀ ਸੀ। ਵੱਡੇ ਵੱਡੇ ਬੰਗਲਿਆਂ ਵਿੱਚ ਕੰਮ ਕਰਦੀ ਤੇ ਮੌਕਾ ਪਾਉਂਦੇ ਹੀ ਕੀਮਤੀ ਚੀਜ਼ਾਂ ਚੁਰਾ ਲੈਂਦੀ। ਇੱਕ ਦਿਨ ਮੇਰੀ ਨਿਗਾਹ ਮਾਲਕ ਤੇ ਪਈ ਤਾਂ ਮੇਰਾ ਦਿਲ ਉਸ ਤੇ ਆ ਗਿਆ। ਮੈਂ ਕਿਸੇ ਵੀ ਤਰ੍ਹਾਂ ਉਸ ਨੂੰ ਹਾਸਲ ਕਰਨਾ ਚਾਹੁੰਦੀ ਸੀ, ਪਰ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਮਾਲਕਿਨ ਨੇ ਮੇਰਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ। ਇੱਕ ਦਿਨ ਮਾਲਕਣ ਦੀ ਪਾਰਲਰ ਵਾਲੀ ਆਈ ਤੇ ਉਸਨੇ ਕਹਿ ਦਿੱਤਾ ਕਿ ਇਸ ਨਾਲ ਜ਼ੁਲਮ ਨਾ ਕਰੋ। ਉਸ ਤੋਂ ਬਾਅਦ ਜੋ ਮੈਨੂੰ ਉਸਨੇ ਦੱਸਿਆ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਸੋਨੀਆ। ਮੇਰਾ ਸੰਬੰਧ ਗਰੀਬ ਘਰਾਣੇ ਵਿੱਚ ਸੀ। ਸ਼ੁਰੂ ਵਿੱਚ ਹੀ ਮੈਂ ਬਹੁਤ ਗਰੀਬੀ ਭਰੀ ਜ਼ਿੰਦਗੀ ਗੁਜ਼ਾਰੀ ਸੀ। ਮੇਰੇ ਮਾਤਾ ਪਿਤਾ ਰੰਗ ਤੋਂ ਥੋੜੇ ਸਾਵਲੇ ਸੀ, ਜਦਕਿ ਮੈਂ ਬਹੁਤ ਹੀ ਖੂਬਸੂਰਤ ਤੇ ਦੇਖਣ ਵਾਲਾ। ਕਦੇ ਸੋਚ ਹੀ ਨਹੀਂ ਸਕਦਾ ਸੀ ਕਿ ਇਹ ਮੈਂ ਅਜਿਹੇ ਘਰਾਣੇ ਵਿੱਚ ਪੈਦਾ ਹੋਈ ਹਾਂ। ਮੇਰੀ ਸ਼ਕਲ ਸੂਰਤ ਮੇਰੇ ਮਾਂ-ਬਾਪ ਨਾਲੋਂ ਬਹੁਤ ਅਲੱਗ ਸੀ। ਮੁਹੱਲੇ ਵਾਲੇ ਕਹਿੰਦੇ ਸੀ ਕਿ ਤੂੰ ਇਹਨਾਂ ਦੀ ਬੇਟੀ ਨਹੀਂ ਲੱਗਦੀ। ਮੈਂ ਆਪਣੀ ਤਾਰੀਫ ਸੁਣ ਕੇ ਹੱਸ ਪੈਂਦੀ। ਮੇਰੇ ਮਾਤਾ ਪਿਤਾ ਬਿਮਾਰ ਸੀ, ਫਿਰ ਵੀ ਉਹਨਾਂ ਨੇ ਮੈਨੂੰ 12ਵੀਂ ਤੱਕ ਪੜ੍ਹਾਇਆ ਸੀ। ਮੇਰੇ ਪਿਤਾ ਫਲਾਂ ਦਾ ਠੇਲਾ ਲਾਉਂਦੇ ਸੀ ਤੇ ਮੇਰੀ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਮੇਰੇ ਮਾਤਾ ਪਿਤਾ ਮੇਰੇ ਲਈ ਇੰਨੀ ਮਿਹਨਤ ਕਰਦੇ ਸੀ ਤੇ ਮੈਨੂੰ ਵੀ ਉਹਨਾਂ ਨੂੰ ਮਿਹਨਤ ਦਾ ਸਿਲਾ ਦੇਣਾ ਸੀ। ਮੈਂ ਬਹੁਤ ਦਿਲ ਲਗਾ ਕੇ ਪੜ੍ਹਦੀ। ਲੋਕ ਮੈਨੂੰ ਕਈ ਗੱਲਾਂ ਵੀ ਸੁਣਾਉਂਦੇ ਕਿ ਇੰਨੀ ਗਰਮੀ ਵਿੱਚ ਤੇਰਾ ਬਾਪ ਤੇਰੇ ਲਈ ਕਮਾ ਰਿਹਾ, ਜੇ ਤੇਰੇ ਬਾਪ ਨੂੰ ਕੁਝ ਹੋ ਗਿਆ ਤਾਂ ਤੂੰ ਤੇ ਤੇਰੀ ਮਾਂ ਬੈਠੀਆਂ ਝਾਕੋਗੀਆਂ। ਲੋਕਾਂ ਦੀ ਇਹ ਗੱਲ ਸੁਣ ਕੇ ਮੈਨੂੰ ਬੜਾ ਡਰ ਲੱਗਦਾ। ਜਿਵੇਂ ਹੀ ਮੇਰਾ 12ਵੀਂ ਦੇ ਇਮਤਿਹਾਨ ਸ਼ੁਰੂ ਹੋਣ ਲੱਗੇ ਤਾਂ ਉਸ ਤੋਂ 2 ਮਹੀਨੇ ਪਹਿਲਾਂ ਮੇਰੇ ਪਾਪਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਲੋਕਾਂ ਦਾ ਕਹਿਣਾ ਸੱਚ ਹੋ ਗਿਆ। ਮੈਨੂੰ ਇਸ ਵਿੱਚ ਕਿਤੇ ਨਾ ਕਿਤੇ ਮੇਰੀ ਆਪਦੀ ਹੀ ਗਲਤੀ ਲੱਗਦੀ ਸੀ। ਮੈਂ ਸੋਚਦੀ ਕਿ ਕਾਸ਼ ਮੇਰੇ ਪਾਪਾ ਮੇਰੀ ਪੜ੍ਹਾਈ ਦਾ ਬੋਝ ਨਾ ਲੈਂਦੇ, ਅੱਜ ਇਹ ਸਭ ਨਾ ਹੁੰਦਾ। ਮੇਰੇ ਪਿਤਾ ਦੀ ਮੌਤ ਨੇ ਮੈਨੂੰ ਤੇ ਮੇਰੀ ਮਾਂ ਨੂੰ ਤੋੜ ਕੇ ਰੱਖ ਦਿੱਤਾ ਸੀ, ਪਰ ਫਿਰ ਵੀ ਮੈਂ +2 ਦਾ ਇਮਤਿਹਾਨ ਦੇਣ ਲਈ ਜਾਂਦੀ ਤਾਂ ਕਿ ਆਪਣੇ ਆਪ ਦਾ ਖੁਆਬ ਪੂਰਾ ਕਰ ਸਕਾਂ। ਪਰ ਮੇਰੀ ਮੰਮੀ ਦੀ ਤਬੀਅਤ ਖਰਾਬ ਰਹਿਣ ਲੱਗੀ, ਇਸ ਲਈ 12ਵੀਂ ਦੀ ਪੜ੍ਹਾਈ ਤੋਂ ਬਾਅਦ ਦਾ ਫੈਸਲਾ ਮੈਂ ਛੱਡ ਦਿੱਤਾ। ਮੈਂ ਵੀ ਮੰਮੀ ਵਾਲਾ ਕੰਮ ਅਪਣਾਇਆ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ। ਸਾਰਾ ਦਿਨ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਮੈਂ ਮੰਮੀ ਦਾ ਕੰਮ ਬੰਦ ਕਰ ਦਿੱਤਾ। ਮੰਮੀ ਵਾਲੇ ਕੰਮ ਤੇ ਵੀ ਮੈਂ ਹੀ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਾਡੀ ਜ਼ਿੰਦਗੀ ਗੁਜ਼ਰ ਰਹੀ ਸੀ। ਇੱਜ਼ਤ ਨਾਲ ਅਸੀਂ 2 ਵਕਤ ਦੀ ਰੋਟੀ ਖਾਈ ਜਾਂਦੀਆਂ ਸੀ। ਇਹੀ ਬਹੁਤ ਸੀ ਸਾਡੇ ਲਈ। ਇੱਕ ਦਿਨ ਮੇਰੀ ਸਹੇਲੀ ਬੈਠੀ ਹੋਈ ਸੀ ਮੇਰੇ ਨਾਲ, ਅਸੀਂ ਗੱਲਾਂ ਕਰ ਰਹੀਆਂ ਸੀ। ਉਹ ਕਹਿਣ ਲੱਗੀ, ਮੈਂ ਇੱਕ ਔਰਤ ਨੂੰ ਜਾਣਦੀ ਹਾਂ ਜੋ ਬਹੁਤ ਅਮੀਰ ਆ। ਉਸ ਦਾ ਘਰ ਵੀ ਬਹੁਤ ਵੱਡਾ। ਉਸ ਨੂੰ ਕੰਮ ਕਰਵਾਉਣ ਦੇ ਲਈ ਇੱਕ ਨੌਕਰਾਣੀ ਦੀ ਜ਼ਰੂਰਤ ਆ। ਤੂੰ ਜਾ ਕੇ ਟਰਾਈ ਕਰ, ਮੈਨੂੰ ਲੱਗਦਾ ਕਿ ਤੈਨੂੰ ਇੱਥੇ ਕੰਮ ਮਿਲ ਜਾਊਗਾ। ਉਸ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਤੇ ਔਰਤ ਦਾ ਐਡਰੈਸ ਲੈ ਕੇ ਉਸ ਦੇ ਘਰ ਪਹੁੰਚ ਗਈ। ਮੈਂ ਉਸ ਔਰਤ ਦੇ ਘਰੇ ਪਹੁੰਚ ਕੇ ਉਸ ਨੂੰ ਆਪਣੀ ਸਾਰੀ ਕਹਾਣੀ ਦੱਸੀ। ਉਸ ਨੇ ਮੇਰੇ ਤੇ ਰਹਿਮ ਆ ਗਿਆ ਤੇ ਮੈਨੂੰ ਕੰਮ ਤੇ ਰੱਖ ਲਿਆ। ਰੋਜ਼ ਸਵੇਰੇ 9 ਵਜੇ ਕੰਮ ਤੇ ਜਾਂਦੀ ਤੇ 6 ਵਜੇ ਕੰਮ ਤੋਂ ਵਾਪਸ ਆ ਜਾਂਦੀ। ਮੈਂ 4 ਬੰਗਲਿਆਂ ਵਿੱਚ ਉਸ ਵਕਤ ਕੰਮ ਕਰਦੀ ਸੀ। ਬਾਰੀ ਸਭ ਦੇ ਘਰ ਜਾਂਦੀ ਤੇ ਕੰਮ ਦੇ ਦੌਰਾਨ ਉਹਨਾਂ ਦੀਆਂ ਕੀਮਤੀ ਚੀਜ਼ਾਂ ਵੀ ਉੱਥੋਂ ਚੁੱਕ ਲਿਆਉਂਦੀ। ਮੇਰੀ ਮਾਂ ਮੈਨੂੰ ਝਿੜਕਦੀ ਕਿ ਤੂੰ ਇਹ ਕੀ ਕਰਦੀ ਆਂ, ਸਾਰੀ ਜ਼ਿੰਦਗੀ ਮੈਂ ਤੈਨੂੰ ਇੱਜ਼ਤ ਨਾਲ ਖਵਾਇਆ ਤੇ ਤੂੰ ਇਸ ਤਰ੍ਹਾਂ ਦੀਆਂ ਚੋਰੀਆਂ ਕਰਨ ਲੱਗੀ। ਖੁਦ ਦੇ ਨਾਲ ਮੇਰੀ ਵੀ ਇੱਜ਼ਤ ਮਿੱਟੀ ਵਿੱਚ ਮਿਲਾਵੇਂਗੀ। ਮੈਂ ਬਸ ਇਹੀ ਕਹਿ ਕੇ ਟਾਲ ਦਿੰਦੀ ਕਿ ਮੰਮੀ ਤੂੰ ਕੀ ਜਾਣੇਗੀ ਅਮੀਰਾਂ ਦੇ ਚਸਕੇ, ਤੇ ਮੰਮੀ ਬਸ ਅਫਸੋਸ ਨਾਲ ਸਿਰ ਹਿਲਾਉਂਦੀ ਰਹੀ। ਮੇਰਾ ਇਹ ਹੁਣ ਰੁਟੀਨ ਬਣ ਗਿਆ ਸੀ ਤੇ ਹੌਲੀ ਕਰਕੇ ਮੰਮੀ ਦੀ ਤਬੀਅਤ ਜ਼ਿਆਦਾ ਖਰਾਬ ਰਹਿਣ ਲੱਗੀ। ਇੱਕ ਦਿਨ ਉਹ ਵੀ ਮੈਨੂੰ ਇਸ ਜ਼ਾਲਮ ਸਮਾਜ ਵਿੱਚ ਇਕੱਲਾ ਛੱਡ ਕੇ ਚਲੀ ਗਈ। ਮੇਰੀ ਮਾਂ ਦੇ ਜਾਣ ਤੋਂ ਬਾਅਦ ਮੈਨੂੰ ਹਾਲਾਤਾਂ ਦਾ ਮੁਕਾਬਲਾ ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਘਰ ਆਉਂਦੀ ਤਾਂ ਸਰਨਾਟਾ ਹੁੰਦਾ। ਮੇਰੇ ਘਰੇ ਆਉਣ ਨੂੰ ਦਿਲ ਨਾ ਕਰਦਾ। ਮੈਂ ਜਿਹੜੇ ਬੰਗਲੇ ਵਿੱਚ ਕੰਮ ਕਰਦੀ ਉਹਨਾਂ ਦੀਆਂ ਮਾਲਕਿਨਾਂ ਅੱਗੇ ਗੁਜ਼ਾਰਿਸ਼ ਕਰਦੀ ਕਿ ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦਿਓ। ਮੇਰਾ ਇਸ ਦੁਨੀਆ ਵਿੱਚ ਹੁਣ ਕੋਈ ਨਹੀਂ ਰਿਹਾ। ਮੈਨੂੰ ਉਮੀਦ ਸੀ ਕਿ ਉਹਨਾਂ ਵਿੱਚੋਂ ਕੋਈ ਨਾ ਕੋਈ ਇੱਕ ਦਾ ਤਾਂ ਮੰਨ ਹੀ ਜਾਊਗੀ। ਉਹੀ ਹੋਇਆ ਜਿਸ ਔਰਤ ਦਾ ਮੈਨੂੰ ਮੇਰੀ ਦੋਸਤ ਨੇ ਦੱਸਿਆ ਸੀ। ਉਹ ਔਰਤ ਮੰਨ ਗਈ ਮੈਨੂੰ ਆਪਣੇ ਘਰ ਵਿੱਚ ਰੱਖਣ ਲਈ।
ਮੈਂ ਉਹਨਾਂ ਦਾ ਸਾਰਾ ਕੰਮ ਕਰਦੀ, ਨਾਸ਼ਤਾ ਬਣਾਉਂਦੀ, ਸਾਫ਼ ਸਫਾਈ, ਬਰਤਨ ਧੋਂਦੀ, ਰੋਟੀਆਂ ਬਣਾ ਕੇ ਦਿੰਦੀ। ਸਭ ਕੰਮ ਮੇਰੇ ਹੀ ਹਵਾਲੇ ਸੀ ਤੇ ਉਹ ਮੇਰੀਆਂ ਹਰ ਜ਼ਰੂਰਤਾਂ ਪੂਰੀਆਂ ਕਰਦੇ। ਉਹਨਾਂ ਦੀ ਜ਼ਿੰਦਗੀ ਵੀ ਬਹੁਤ ਚੰਗੀ ਗੁਜ਼ਰ ਰਹੀ ਸੀ। ਮੈਨੂੰ ਆਪਣੇ ਮਾਲਕ ਨਾਲ ਪਿਆਰ ਹੋ ਗਿਆ। ਅੱਜ ਫਿਰ ਤੋਂ ਮੈਂ ਆਪਣੇ ਮਾਲਕ ਅਤੇ ਮਾਲਕਣ ਨੂੰ ਚੋਰੀ ਜਿਹੇ ਦੇਖ ਰਹੀ ਸੀ। ਮਾਲਕਣ ਦੇ ਪਤੀ ਮਾਲਕਣ ਦੇ ਲਈ ਗਜਰੇ ਲੈ ਕੇ ਆਏ ਤੇ ਉਹ ਉਸ ਨੂੰ ਪਿਆਰ ਨਾਲ ਪਹਿਨਾ ਰਹੇ ਸੀ। ਬਹੁਤ ਸਾਰੇ ਤੋਹਫੇ ਅਤੇ ਮਾਲਕਣ ਦੀ ਪਸੰਦ ਦਾ ਖਾਣਾ ਵੀ ਲੈ ਕੇ ਆਏ ਸੀ। ਮੈਂ ਲੁਕ ਕੇ ਉਹਨਾਂ ਨੂੰ ਦੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਮਾਲਕ ਵਰਗੇ ਇਨਸਾਨ ਨਾਲ ਮੇਰਾ ਵਿਆਹ ਹੋ ਜਾਵੇ। ਪਰ ਖੁਆਇਸ਼ਾਂ ਕਿੱਥੇ ਪੂਰੀਆਂ ਹੁੰਦੀਆਂ। ਉਸੇ ਵਕਤ ਮੈਨੂੰ ਮਾਲਕਿਨ ਨੇ ਦੇਖ ਲਿਆ। ਮੈਂ ਇੱਕਦਮ ਡਰ ਕੇ ਪਿੱਛੇ ਹੋ ਗਈ ਕਿ ਕਿਤੇ ਮਾਲਕਿਨ ਮੈਨੂੰ ਝਿੜਕੇ ਨਾ। ਇਸ ਤਰ੍ਹਾਂ ਲੁਕ ਕੇ ਦੇਖਣ ਤੇ ਫਿਰ ਮੈਂ ਉੱਥੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਨੀਂਦ ਤਾਂ ਬਹੁਤ ਦੂਰ ਸੀ। ਸਾਰੀ ਰਾਤ ਇਹੀ ਸੋਚਦੀ ਰਹੀ ਕਿ ਮਾਲਕਿਨ ਕਿੰਨੀ ਖੁਸ਼ਕਿਸਮਤ ਆ, ਜਾਂ ਫਿਰ ਸ਼ਾਇਦ ਸਾਡੇ ਅਮੀਰ ਲੋਕ ਅਜਿਹੇ ਹੀ ਹੁੰਦੇ ਆ। ਉਹਨਾਂ ਕੋਲ ਪੈਸੇ ਹੁੰਦੇ ਆ ਤੇ ਉਹ ਆਪਣੇ ਆਪ ਨੂੰ ਪਿਆਰ ਕਰਨ ਵਾਲੇ ਤੇ ਖਰਚਾ ਕਰਦੇ ਆ, ਤੇ ਇੱਕ ਅਸੀਂ ਆ ਜੋ ਦਿਨ ਰਾਤ ਮਿਹਨਤ ਕਰਕੇ ਕਮਾਉਣਾ ਪੈਂਦਾ ਤੇ ਫਿਰ ਜ਼ਰੂਰਤਾਂ ਮਸਾਂ ਪੂਰੀਆਂ ਹੁੰਦੀਆਂ ਤੇ ਖੁਆਇਸ਼ਾਂ ਤਾਂ ਉੱਥੇ ਹੀ ਰਹਿ ਜਾਂਦੀਆਂ। ਪਰ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਇਹਨਾਂ ਵਿੱਚ ਬਿਲਕੁਲ ਗਰੂਰ ਨਹੀਂ ਸੀ। ਉਹਨਾਂ ਦਾ ਵਿਵਹਾਰ ਬਹੁਤ ਹੀ ਮਿੱਠਾ ਤੇ ਵਧੀਆ ਸੀ। ਮੇਰੀ ਮਾਲਕਣ ਹਰ ਕਿਸੇ ਨਾਲ ਵਧੀਆ ਬੋਲਚਾਲ ਰੱਖਦੀ ਸੀ, ਪਰ ਹਕੀਕਤ ਗੁਜ਼ਰਨ ਦੇ ਨਾਲ ਮੈਨੂੰ ਮਾਲਕਣ ਦੇ ਪਤੀ ਨਾਲ ਪਿਆਰ ਹੋ ਗਿਆ, ਜਦਕਿ ਮੈਂ ਬਹੁਤ ਛੋਟੀ ਸੀ ਅਤੇ ਉਹ ਮੇਰੇ ਨਾਲੋਂ ਉਮਰ ਵਿੱਚ ਬਹੁਤ ਵੱਡੇ ਸੀ। ਪਰ ਮੈਂ ਕਦੇ ਵੀ ਇਸ ਗੱਲ ਦਾ ਇਜ਼ਹਾਰ ਨਹੀਂ ਕਰ ਸਕੀ ਤੇ ਨਾ ਹੀ ਦੱਸ ਸਕੀ। ਇਹ ਸਭ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ। ਰੋਜ਼ ਦੀ ਤਰ੍ਹਾਂ ਮੇਰੀ ਅੱਖ 5 ਵਜੇ ਖੁੱਲ੍ਹ ਗਈ। ਨਮਾਜ਼ ਪੜ੍ਹਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਭੁੱਖ ਲੱਗ ਰਹੀ ਆ। ਮੈਂ ਕਮਰੇ ਤੋਂ ਬਾਹਰ ਨਿਕਲ ਕੇ ਕਿਚਨ ਵਿੱਚ ਚਲੀ ਗਈ ਕੁਝ ਖਾਣ ਲਈ ਲੱਭਣ। ਇੱਕਦਮ ਮੈਨੂੰ ਯਾਦ ਆਇਆ ਕਿ ਮਾਲਕਣ ਦੇ ਪਤੀ ਬਾਹਰ ਤੋਂ ਰਾਤ ਨੂੰ ਖਾਣਾ ਲੈ ਕੇ ਆਏ ਸੀ। ਉਹੀ ਪਿਆ ਹੋਵੇਗਾ, ਮੈਂ ਉਹ ਖਾ ਲੈਂਦੀ ਆ। ਖਾਣਾ ਖਾਣ ਤੋਂ ਬਾਅਦ ਮੈਂ ਥੋੜ੍ਹਾ ਇੰਤਜ਼ਾਰ ਕੀਤਾ ਤੇ ਫਿਰ ਸਾਫ਼ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਸਾਫ਼ ਸਫਾਈ ਤੋਂ ਬਾਅਦ ਮਾਲਕਣ ਅਤੇ ਉਸਦੇ ਪਤੀ ਲਈ ਖਾਣਾ ਬਣਾਉਣ ਲੱਗੀ। ਇਹੀ ਰੋਜ਼ ਮੇਰੀ ਰੁਟੀਨ ਹੁੰਦੀ ਸੀ। ਜਦੋਂ ਮਾਲਕ ਕਮਰੇ ਵਿੱਚੋਂ ਚਲੇ ਜਾਂਦੇ ਤਾਂ ਮੈਂ ਉਹਨਾਂ ਦੇ ਕਮਰੇ ਦੀ ਸਾਫ਼ ਸਫਾਈ ਕਰਦੀ। ਅੱਜ ਜਦੋਂ ਮੈਂ ਮਾਲਕ ਦੇ ਕਮਰੇ ਵਿੱਚ ਜਾਣ ਤੋਂ ਬਾਅਦ ਸਾਫ਼ ਸਫਾਈ ਕਰਨ ਲੱਗੀ ਤਾਂ ਮਾਲਕਿਨ ਮੈਨੂੰ ਕਹਿੰਦੀ ਕਿ ਮੈਂ ਰਾਤ ਨੂੰ ਤੈਨੂੰ ਦੇਖਿਆ ਸੀ, ਤੂੰ ਸਾਨੂੰ ਲੁਕ ਕੇ ਦੇਖ ਰਹੀ ਸੀ। ਮੇਰਾ ਤਾਂ ਸਾਹ ਬੰਦ ਹੋਣ ਲੱਗਿਆ ਕਿ ਪਤਾ ਨਹੀਂ ਮਾਲਕਿਨ ਕੀ ਸੋਚ ਰਹੀ ਹੋਵੇਗੀ। ਮੈਂ ਹੀ ਪਾਗਲ ਸੀ ਜੋ ਇਸ ਤਰ੍ਹਾਂ ਭੁੱਖਿਆਂ ਦੀ ਤਰ੍ਹਾਂ ਦੇਖਣ ਲੱਗ ਜਾਂਦੀ ਸੀ। ਮੈਂ ਕੁਝ ਬੋਲਣ ਹੀ ਵਾਲੀ ਸੀ ਕਿ ਇੰਨੇ ਨੂੰ ਦੁਬਾਰਾ ਮਾਲਕਿਨ ਪੁੱਛਣ ਲੱਗੀ, ਮੈਂ ਤੈਨੂੰ ਕੁਝ ਪੁੱਛ ਰਹੀ ਆ। ਫਿਰ ਮੈਂ ਜਵਾਬ ਦਿੱਤਾ ਕਿ ਮਾਲਕਿਨ ਮੈਂ ਤਾਂ ਬਸ ਵੈਸੇ ਹੀ। ਫਿਰ ਮੇਰੀ ਮਾਲਕਣ ਵਿੱਚੋਂ ਹੀ ਗੱਲ ਕੱਟ ਕੇ ਕਹਿਣ ਲੱਗੀ, ਚੰਗਾ ਛੱਡ, ਮੈਂ ਚਾਹੁੰਦੀ ਆ ਕਿ ਤੂੰ ਮੇਰੇ ਪਤੀ ਨਾਲ ਵਿਆਹ ਕਰ ਲਾ। ਮੈਂ ਤੈਨੂੰ ਉੱਠਣ ਬੈਠਣ ਦੀ ਤਮੀਜ਼ ਸਿਖਾਊਂਗੀ, ਚੰਗੀ ਤਰ੍ਹਾਂ ਬੋਲਣਾ ਸਿਖਾਊਂਗੀ। ਮੈਂ ਹੈਰਾਨ ਹੋ ਗਈ ਕਿ ਮਾਲਕਿਨ ਇਸ ਤਰ੍ਹਾਂ ਕਿਉਂ ਕਹਿੰਦੀ ਆ। ਮੈਂ ਕਿਹਾ, ਨਹੀਂ ਮਾਲਕਿਨ, ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ, ਨਾਲੇ ਮਾਲਕ ਨਹੀਂ ਮੰਨਣਗੇ। ਮਾਲਕਿਨ ਨੂੰ ਕਹਿਣ ਲੱਗੀ ਕਿ ਇਹ ਮੇਰਾ ਕੰਮ ਆ, ਮੈਂ ਉਹਨਾਂ ਨੂੰ ਮਨਾ ਲਵਾਂਗੀ, ਤੂੰ ਬਸ ਇਹ ਦੱਸ ਕਿ ਤੂੰ ਮੇਰੇ ਪਤੀ ਨਾਲ ਵਿਆਹ ਕਰੇਂਗੀ ਜਾਂ ਨਹੀਂ। ਫਿਰ ਮੈਂ ਸੋਚਣ ਲੱਗੀ ਕਿ ਜਦੋਂ ਮਾਲਕਿਨ ਮੈਨੂੰ ਖੁਦ ਹੀ ਕਹਿੰਦੀ ਆ ਤੇ ਮੈਂ ਕਿਉਂ ਮਨਾ ਕਰਾਂ। ਇਸ ਤਰ੍ਹਾਂ ਮੈਂ ਇੱਕਦਮ ਹਾਂ ਕਰ ਦਿੱਤੀ। ਮੇਰੀ ਤਾਂ ਖੁਸ਼ੀ ਅਸਮਾਨਾਂ 'ਤੇ ਪਹੁੰਚ ਗਈ ਸੀ। ਹਾਲੇ ਰਾਤਾਂ ਹੀ ਤਾਂ ਮੈਨੂੰ ਇਸ ਚੀਜ਼ਾਂ ਦੀ ਖੁਆਇਸ਼ ਸੀ ਤੇ ਸਵੇਰੇ ਉਹ ਇਨਸਾਨ ਨੂੰ ਮੇਰੀ ਤਕਦੀਰ ਵਿੱਚ ਲਿਖ ਦਿੱਤਾ। ਮੈਂ ਬੜੀ ਖੁਸ਼ ਸੀ ਕਿ ਮੇਰੀ ਕਿਸਮਤ ਬਦਲਣ ਵਾਲੀ ਆ, ਜ਼ਿੰਦਗੀ ਬਦਲਣ ਵਾਲੀ ਸੀ। ਮੇਰਾ ਸਟੇਟਸ, ਮੇਰਾ ਸਭ ਕੁਝ ਬਦਲਣ ਵਾਲਾ ਸੀ। ਲੋਕ ਮੇਰੀ ਇੱਜ਼ਤ ਕਰਨਗੇ। ਪਰ ਇਹ ਸਭ ਵਿੱਚ ਮੈਨੂੰ ਖੁਦ ਕਿਸਮਤ ਮਿਹਨਤ ਕਰਨੀ ਪਵੇਗੀ। ਇਸ ਲਈ ਮੈਂ ਰੋਜ਼ ਮਾਲਕਣ ਦੇ ਕੋਲ ਜਾਂਦੀ ਤੇ ਉਹ ਮੈਨੂੰ ਤਮੀਜ਼ ਨਾਲ ਗੱਲ ਕਰਨਾ ਸਿਖਾਉਂਦੀ। ਫਿਰ ਉਹ ਡੇਲੀ ਮੈਨੂੰ ਨਵੇਂ ਕੱਪੜੇ ਲਿਆ ਕੇ ਦਿੰਦੀ ਤੇ ਉਹਨਾਂ ਨੂੰ ਪਹਿਨਣ ਦਾ ਤਰੀਕਾ ਤੇ ਫੈਸ਼ਨ ਸਿਖਾਉਂਦੀ। ਹੋਰ ਤਾਂ ਹੋਰ ਉਹਨਾਂ ਨੇ ਕੰਮ ਵਾਲੀ ਵੀ ਨਵੀਂ ਰੱਖ ਲਈ ਸੀ। ਮਾਲਕਿਨ ਆਖਿਰ ਇਹ ਸਭ ਕਿਉਂ ਕਰ ਰਹੀ ਸੀ? ਪਰ ਛੱਡੋ, ਮੈਨੂੰ ਉਸ ਨਾਲ ਕੀ ਸੀ। ਮੈਂ ਉਹਨਾਂ ਤੋਂ ਪੁੱਛਣਾ ਵੀ ਨਹੀਂ ਚਾਹੁੰਦੀ ਸੀ, ਕਿਉਂਕਿ ਜੋ ਮਿਹਰਬਾਨੀ ਉਹਨਾਂ ਨੇ ਮੇਰੇ 'ਤੇ ਕਰ ਛੱਡੀ ਸੀ, ਮੇਰੇ ਲਈ ਉਹੀ ਕਾਫੀ ਸੀ।
ਜਿਵੇਂ ਜਿਵੇਂ ਉਹ ਮੈਨੂੰ ਸਿਖਾਉਂਦੀ ਜਾਂਦੀ ਮੈਂ ਉਵੇਂ ਉਵੇਂ ਸਿੱਖਦੀ ਜਾਂਦੀ। ਮਾਲਕਿਨ ਨੇ ਆਪਣੇ ਪਤੀ ਨੂੰ ਵੀ ਹੌਲੀ ਹੌਲੀ ਕਰਕੇ ਵਿਆਹ ਲਈ ਮਨਾ ਲਿਆ ਤੇ ਮਾਲਕਿਨ ਨੇ ਸਾਡਾ ਵਿਆਹ ਕਰਵਾ ਦਿੱਤਾ। ਉਹ ਮੇਰਾ ਬਹੁਤ ਖਿਆਲ ਰੱਖਦੀ। ਮੇਰਾ ਮਕਾਨ, ਮੇਰੀ ਹੈਸੀਅਤ ਸਭ ਕੁਝ ਬਦਲ ਗਿਆ ਸੀ। ਇਸ ਖੁਸ਼ੀ ਵਿੱਚ ਮੈਂ ਮਹਿਸੂਸ ਹੀ ਨਾ ਕਰ ਸਕੀ ਕਿ ਘਰ ਵਿੱਚ ਕੁਝ ਗਲਤ ਹੋ ਰਿਹਾ। ਪਰ ਮੈਨੂੰ ਕਦੇ ਕਦੇ ਸ਼ੱਕ ਹੁੰਦਾ। ਮਾਲਕ ਅਤੇ ਮਾਲਕਿਨ ਵਿੱਚ ਬਹਿਸ ਹੋ ਰਹੀ ਹੁੰਦੀ। ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਜਾਂਦੀ ਤਾਂ ਇੱਕਦਮ ਚੁੱਪ ਪਸਰ ਜਾਂਦੀ। ਇੱਕ ਦਿਨ ਮੈਂ ਜਦੋਂ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਮਾਲਕਿਨ ਫੋਨ 'ਤੇ ਗੱਲਾਂ ਕਰਦੇ ਹੋਏ ਕਹਿ ਰਹੀ ਸੀ ਕਿ ਤੁਸੀਂ ਟੈਨਸ਼ਨ ਨਾ ਲਓ, ਮਾਲ ਤੁਹਾਡਾ ਪਹੁੰਚ ਜਾਵੇਗਾ। ਫਿਰ ਜਿਵੇਂ ਹੀ ਉਹਨਾਂ ਦੀ ਨਿਗਾਹ ਮੇਰੇ 'ਤੇ ਪਈ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਕਹਿਣ ਲੱਗੀ, ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਹਾਂ। ਇੱਕ ਮਾਲਕਿਨ ਨੇ ਪਾਰਲਰ ਵਾਲੀ ਨੂੰ ਘਰ ਬੁਲਾਇਆ ਤੇ ਮੈਨੂੰ ਕਹਿੰਦੀ ਕਿ ਇਹ ਤੈਨੂੰ ਚੰਗੀ ਤਰ੍ਹਾਂ ਤਿਆਰ ਕਰੂਗੀ। ਉਹ ਪਾਰਲਰ ਵਾਲੀ ਘਰ ਪਹੁੰਚਦੇ ਹੀ ਕਹਿਣ ਲੱਗੀ ਕਿ ਇਸ ਉੱਤੇ ਇਹ ਜ਼ੁਲਮ ਨਾ ਕਰੋ। ਮੈਂ ਉਸ ਦੀ ਗੱਲ ਸੁਣ ਕੇ ਡਰ ਗਈ ਤੇ ਮਾਲਕਿਨ ਦੇ ਜਾਂਦੇ ਹੀ ਮੈਂ ਉਸ ਨੂੰ ਪੁੱਛਣ ਲੱਗੀ ਕਿ ਕਿਹੜਾ ਜ਼ੁਲਮ, ਤਾਂ ਜੋ ਉਹਨੇ ਦੱਸਿਆ। ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਪਾਰਲਰ ਵਾਲੀ ਕਹਿੰਦੀ ਕਿ ਇਹ ਤੈਨੂੰ ਤਿਆਰ ਕਰਵਾ ਕੇ ਅੱਗੇ ਵੇਚ ਦੇਣਗੇ। ਉਸ ਦੀ ਗੱਲ ਸੁਣ ਕੇ ਮੇਰੀਆਂ ਲੱਤਾਂ ਕੰਬਣ ਲੱਗੀਆਂ। ਮੈਂ ਉੱਥੋਂ ਭੱਜਣਾ ਚਾਹੁੰਦੀ ਸੀ। ਮੈਨੂੰ ਸੀ ਕਿ ਮੈਂ ਹੁਣ ਇੱਥੋਂ ਨਿਕਲ ਜਾਵਾਂ, ਪਰ ਮਾਲਕਿਨ ਨੂੰ ਮੇਰੇ 'ਤੇ ਸ਼ੱਕ ਹੋ ਗਿਆ। ਉਸ ਨੇ ਸਾਡੀਆਂ ਗੱਲਾਂ ਸੁਣ ਲਈਆਂ। ਉਹ ਮੈਨੂੰ ਨਜ਼ਰਬੰਦ ਰੱਖਣ ਲੱਗੀ। ਮੈਨੂੰ ਕਹਿੰਦੀ ਕਿ ਮੈਂ ਤੈਨੂੰ ਇੰਨੀ ਮਿਹਨਤ ਨਾਲ ਕਰਕੇ ਇੱਥੋਂ ਤੱਕ ਲੈ ਕੇ ਆਈ ਆ। ਤੇਰਾ ਸਟੇਟਸ, ਤੇਰਾ ਸਭ ਕੁਝ ਬਦਲਿਆ ਤਾਂ ਕਿ ਤੂੰ ਅੱਗੇ ਜਾ ਕੇ ਮੇਰਾ ਕੰਮ ਕਰ ਸਕੇ, ਪਰ ਤੂੰ ਤਾਂ ਇੱਥੋਂ ਹੀ ਫਰਾਰ ਹੋਣ ਲੱਗੀ ਸੀ। ਇਸ ਤਰ੍ਹਾਂ ਤਾਂ ਮੈਂ ਤੈਨੂੰ ਨਹੀਂ ਜਾਣ ਦੇਵਾਂਗੀ। ਮਾਲਕਿਨ ਨੇ ਪਾਰਲਰ ਵਾਲੀ ਨੂੰ ਵੀ ਘਰ ਬੁਲਾ ਲਿਆ ਤੇ ਉਹਨੂੰ ਕਹਿਣ ਲੱਗੀ, ਤੂੰ ਮੇਰਾ ਖਾ ਕੇ ਮੈਨੂੰ ਹੀ ਬਦਨਾਮ ਕਰੇਂਗੀ। ਕਿੰਨੇ ਆਪਣੇ ਪਤੀ ਨੂੰ ਬੁਲਾ ਲਿਆ ਤੇ ਕਹਿੰਦੀ ਕਿ ਤੇਰੀਆਂ ਚਿੜੀਆਂ ਹੁਣ ਖੰਭ ਲੱਗਣ ਲੱਗ ਗਏ ਆ, ਲੱਗਦਾ ਇਹਨਾਂ ਦੇ ਖੰਭ ਕੱਟਣੇ ਪੈਣਗੇ। ਉਹ ਬੜੇ ਹੀ ਅਜੀਬ ਤਰੀਕੇ ਨਾਲ ਹੱਸ ਰਿਹਾ ਸੀ। ਉਹ ਮੇਰੇ ਵੱਲ ਵੇਖਣ ਲੱਗੀ ਤੇ ਮੈਨੂੰ ਕਹਿੰਦੀ ਕਿ ਤੈਨੂੰ ਕੀ ਲੱਗਦਾ ਅਸੀਂ ਪਤੀ ਪਤਨੀ ਆ? ਅਸੀਂ ਤਾਂ ਇੱਥੇ ਤੇਰੇ ਵਰਗੀਆਂ ਨੂੰ ਲਿਆ ਕੇ ਫਸਾਉਂਦੇ ਹਾਂ, ਫਿਰ ਆਪਣੇ ਕੋਠਿਆਂ 'ਤੇ ਭੇਜ ਦਿੰਦੇ ਹਾਂ ਤਾਂ ਕਿ ਤੇਰੇ ਵਰਗੀਆਂ ਦੀ ਜ਼ਿੰਦਗੀ ਬਣ ਜਾਵੇ ਤੇ ਸਾਡਾ ਵੀ ਕੰਮ ਹੋ ਜਾਵੇ। ਉਹਨਾਂ ਦੀਆਂ ਗੱਲਾਂ ਸੁਣ ਕੇ ਲਗਾਤਾਰ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਮੈਨੂੰ ਯਕੀਨ ਹੀ ਨਾ ਆ ਰਿਹਾ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਮੇਰੇ ਨਾਲ ਚਲਾਕੀਆਂ ਕੀਤੀਆਂ। ਮੇਰੇ ਮੂੰਹੋਂ ਵਿੱਚੋਂ ਸ਼ਬਦ ਹੀ ਨਹੀਂ ਨਿਕਲ ਰਿਹਾ ਸੀ। ਮੈਂ ਬਸ ਉਹਨਾਂ ਨੂੰ ਇਹੀ ਕਿਹਾ ਕਿ ਫਿਰ ਉਹ ਵਿਆਹ ਕੀ ਸੀ। ਮੇਰੀ ਇਹ ਗੱਲ ਸੁਣ ਕੇ ਉਹ ਹੱਸਣ ਲੱਗੇ ਤੇ ਕਹਿਣ ਲੱਗੇ, ਉਹ ਵੀ ਝੂਠਾ ਹੀ ਸੀ। ਇੱਥੇ ਤਾਂ ਹਰ ਮਹੀਨੇ ਨਵੀਂ ਲੜਕੀ ਆਉਂਦੀ ਆ ਤਾਂ ਕਿ ਫਿਰ ਮੈਂ ਤਾਂ ਸਭ ਨਾਲ ਵਿਆਹ ਕਰਨ ਬੈਠ ਜਾਵਾਂ। ਮੈਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਰਹੀ ਸੀ। ਮੈਂ ਖੁਦ ਆਪਣੀ ਬੇਵਕੂਫੀ ਅਤੇ ਅਮੀਰ ਹੋਣ ਦੇ ਲਾਲਚ ਵਿੱਚ ਕਿੱਥੇ ਆ ਕੇ ਫਸ ਗਈ ਸੀ ਤੇ ਉਹ ਪਾਰਲਰ ਵਾਲੀ ਵੀ ਮੇਰੀ ਵਜ੍ਹਾ ਨਾਲ ਹੀ ਉਹਨਾਂ ਦਾ ਨਿਸ਼ਾਨਾ ਬਣ ਗਈ ਸੀ। ਫਿਰ ਉਹ ਮਾਲਕ ਸਾਨੂੰ ਦੋਹਾਂ ਨੂੰ ਘਸੀਟ ਕੇ ਗੱਡੀ ਵਿੱਚ ਲੈ ਗਿਆ ਤੇ ਅਸੀਂ ਦੋਨਾਂ ਰੌਲਾ ਪਾਉਣ ਲੱਗੀਆਂ ਕਿ ਸਾਨੂੰ ਛੱਡ ਦਿਓ, ਪਰ ਉਹ ਦੋਨੋਂ ਤਾਂ ਬੋਲੇ ਹੋ ਗਏ ਸੀ। ਫਿਰ ਉਹ ਗੱਡੀ ਆਪਣੀ ਮੰਜ਼ਿਲ 'ਤੇ ਜਾ ਪਹੁੰਚੀ। ਇੱਕ ਖੂਬਸੂਰਤ ਜਿਹਾ ਬੰਗਲਾ ਸੀ ਜਿੱਥੇ ਬਹੁਤ ਸਾਰੀਆਂ ਰੰਗ ਬਰੰਗੀਆਂ ਲਾਈਟਾਂ। ਬਾਹਰ ਤੋਂ ਦੇਖਣ ਨੂੰ ਜਿੰਨਾ ਸੁੰਦਰ ਸੀ, ਉਹਦੇ ਅੰਦਰ ਭਿਆਨਕ ਕੰਮ ਓਨੇ ਹੀ ਗੰਦੇ ਸੀ। ਡਰ ਦੇ ਮਾਰੇ ਮੇਰੀਆਂ ਲੱਤਾਂ ਬਾਹਾਂ ਕੰਬ ਰਹੀਆਂ ਸੀ। ਉਦੋਂ ਹੀ ਕੁਝ ਲੋਕ ਸਾਨੂੰ ਅੰਦਰ ਲੈ ਗਏ। ਅੰਦਰ ਉੱਚੀ ਉੱਚੀ ਗਾਣਿਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਮੈਂ ਉਸ ਪਾਰਲਰ ਵਾਲੀ ਤੋਂ ਮਾफ़ੀ ਮੰਗੀ ਕਿ ਮੇਰੀ ਵਜ੍ਹਾ ਨਾਲ ਤੂੰ ਵੀ ਇੱਥੇ ਫਸ ਗਈ। ਉਹ ਮੈਨੂੰ ਕਹਿਣ ਲੱਗੀ ਕਿ ਅੱਜ ਤੋਂ 3 ਸਾਲ ਪਹਿਲਾਂ ਮੈਂ ਆਪਣੀ ਦੋਸਤ ਨੂੰ ਇੱਥੇ ਭੇਜਿਆ ਸੀ ਪੈਸੇ ਦੇ ਲਾਲਚ ਵਿੱਚ। ਉਹ ਯਤੀਮ ਸੀ। ਉਹ ਬਹੁਤ ਰੋ ਰਹੀ ਸੀ ਤੇ ਕਹਿ ਰਹੀ ਸੀ ਮੇਰੇ ਘਰ ਮੇਰੀ ਮਾਂ ਇੰਤਜ਼ਾਰ ਕਰ ਰਹੀ ਆ, ਪਰ ਮੈਂ ਕਠੋਰ ਬਣੀ ਖੜੀ ਸੀ। ਕੁਝ ਪੈਸਿਆਂ ਦੀ ਖਾਤਰ ਮੈਂ ਉਹਨੂੰ ਵੇਚ ਦਿੱਤਾ ਸੀ। ਇਹ ਸਭ ਮੇਰੀ ਉਸ ਦੋਸਤ ਦੀਆਂ ਬਦਦੁਆਵਾਂ ਦੀ ਵਜ੍ਹਾ ਨਾਲ ਹੋਇਆ। ਮੇਰੇ ਨਾਲ ਰੱਬ ਉਹ ਸਭ ਦਾ ਬਦਲਾ ਲੈ ਰਿਹਾ। ਇਹ ਸੁਣ ਕੇ ਮੇਰੇ ਦਿਮਾਗ ਵਿੱਚ ਆਇਆ ਕਿ ਮੇਰੀ ਵੀ ਦੋਸਤ ਨੇ ਅਜਿਹਾ ਹੀ ਕੀਤਾ। ਉਹਨੂੰ ਪਤਾ ਸੀ ਕਿ ਇਹ ਔਰਤ ਗਲਤ ਕੰਮ ਕਰਦੀ ਆ, ਫਿਰ ਵੀ ਉਹਨੇ ਮੈਨੂੰ ਇੱਧਰ ਕੰਮ ਦੇ ਲਈ ਭੇਜਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਮੈਂ ਦਲਦਲ ਵਿੱਚ ਫਸ ਚੁੱਕੀ ਸੀ ਜਿੱਥੋਂ ਮੈਂ ਕਦੇ ਨਿਕਲ ਹੀ ਨਹੀਂ ਸਕਦੀ ਸੀ। ਜਦੋਂ ਸਾਨੂੰ ਅਗਲੇ ਦਿਨ ਉੱਥੋਂ ਕੱਢਿਆ ਤਾਂ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਨੂੰ ਬਚਾ ਲਵੋ, ਇੱਥੋਂ ਕੱਢ ਦੇਵੋ, ਤਾਂ ਕੁਝ ਕੁੜੀਆਂ ਮੇਰੇ ਬਾਰੇ ਗੱਲਾਂ ਕਰ ਰਹੀਆਂ ਸੀ। ਕਹਿ ਰਹੀਆਂ ਸੀ ਕਿ ਵੱਡੇ ਸਾਹਿਬ ਸਾਨੂੰ ਜਾਨ ਤੋਂ ਮਾਰ ਦੇਣਗੇ।
ਮੈਨੂੰ ਉਹਨਾਂ ਦੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਸੀ। ਫਿਰ ਮੈਨੂੰ ਉੱਥੋਂ ਇੱਕ ਕੁੜੀ ਕਹਿਣ ਲੱਗੀ ਕਿ ਤੂੰ ਉਹੀ ਆ ਨਾ ਵੱਡੇ ਸਾਹਿਬ ਦੀ ਬੇਟੀ, ਅਸੀਂ ਤੈਨੂੰ ਪਹਿਚਾਣ ਗਏ, ਤੂੰ ਫਿਕਰ ਨਾ ਕਰ, ਅਸੀਂ ਤੈਨੂੰ ਉੱਥੋਂ ਤੱਕ ਪਹੁੰਚਾ ਦੇਵਾਂਗੇ। ਇਹ ਸੁਣ ਕੇ ਮੇਰੀ ਰੂਹ ਕੰਬਣ ਲੱਗੀ। ਹੁਣ ਤਾਂ ਨਾ ਜਾਣੇ ਮੇਰੀ ਕਿਸਮਤ ਮੈਨੂੰ ਕਿੱਥੇ ਲੈ ਕੇ ਜਾ ਰਹੀ ਸੀ। ਮੈਂ ਇਨਕਾਰ ਕਰਨ ਲੱਗੀ ਕਿ ਮੈਂ ਕਿਤੇ ਨਹੀਂ ਜਾਣਾ, ਮੇਰੇ ਪਾਪਾ ਤਾਂ ਕਦੋਂ ਦੇ ਮਰ ਗਏ ਆ। ਪਰ ਕਿਸੇ ਨੇ ਮੇਰੀ ਗੱਲ 'ਤੇ ਭਰੋਸਾ ਨਾ ਕੀਤਾ। ਉਹ ਮੈਨੂੰ ਕਿਸੇ ਵੱਡੇ ਸਾਹਿਬ ਦੇ ਘਰ ਛੱਡ ਆਏ। ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਇਹਨਾਂ ਦੀ ਬੇਟੀ ਨਹੀਂ। ਮੈਂ ਜਦੋਂ ਉਹਨਾਂ ਦੇ ਘਰ ਗਈ ਤਾਂ ਅੱਗੇ ਨੰਬਰ ਪਲੇਟ 'ਤੇ ਨਾਂ ਲਿਖਿਆ ਹੋਇਆ ਸੀ ਮਹਿਵੀਨ। ਮੈਂ ਸਮਝ ਗਈ ਕਿ ਇਸ ਨਾਮ ਦਾ ਕੋਈ ਬੰਦਾ, ਪਰ ਮੈਂ ਉਸ ਦੀ ਬੇਟੀ ਕਿਵੇਂ ਹੋ ਸਕਦੀ ਹਾਂ। ਅੱਗੇ ਜਾ ਕੇ ਇੱਕ ਆਦਮੀ ਖੜਾ ਸੀ। ਉਹ ਜ਼ਿਆਦਾ ਬੁੱਢਾ ਤਾਂ ਨਹੀਂ ਸੀ ਤੇ ਨਾ ਹੀ ਜਵਾਨ ਸੀ, ਪਰ ਉਹਨਾਂ ਦੀ ਬੇਟੀ ਦੇ ਗਮ ਨੇ ਉਹਨਾਂ ਨੂੰ ਅਜਿਹਾ ਕਰ ਦਿੱਤਾ ਸੀ। ਉਸ ਆਦਮੀ ਨੇ ਮੈਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਫਿਰ ਕਹਿਣ ਲੱਗੇ, ਬੇਟੀ ਤੂੰ ਕਿੱਥੇ ਗਈ ਸੀ? ਮੈਂ ਤੈਨੂੰ ਪਤਾ ਨਹੀਂ ਕਿੱਥੇ ਕਿੱਥੇ ਲੱਭਿਆ। ਉਸ ਦੀ ਗੱਲ ਸੁਣ ਕੇ ਮੈਂ ਚੁੱਪ ਰਹੀ, ਪਰ ਉਹ ਕਹਿਣ ਲੱਗੇ ਕਿ ਮੈਨੂੰ ਪਤਾ ਏ ਤੂੰ ਨਾਰਾਜ਼ ਆ ਆਪਣੇ ਪਾਪਾ ਨਾਲ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ, ਕਿਉਂਕਿ ਬਹੁਤ ਟਾਈਮ ਬਾਅਦ ਕਿਸੇ ਨੇ ਮੈਨੂੰ ਬੇਟੀ ਕਿਹਾ ਸੀ ਤੇ ਇੰਨਾ ਪਿਆਰ ਜਤਾਇਆ ਸੀ। ਮੈਂ ਇੱਕਦਮ ਉਹਨਾਂ ਦੇ ਗਲੇ ਲੱਗ ਗਈ ਤੇ ਰੋਣ ਲੱਗੀ। ਗੁਜ਼ਰਤੇ ਵਕਤ ਦੇ ਨਾਲ ਨਾਲ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਚੰਗਾ ਇਨਸਾਨ ਆ ਜੋ ਆਪਣੀ ਬੇਟੀ ਸਮਝ ਕੇ ਮੈਨੂੰ ਬਹੁਤ ਪਿਆਰ ਦੇ ਰਿਹਾ। ਪਰ ਮੇਰੇ ਦਿਲ ਵਿੱਚ ਡਰ ਵੀ ਸੀ। ਮੈਂ ਉਹਨਾਂ ਦੀ ਬੇਟੀ ਬਣ ਕੇ ਉਹਨਾਂ ਦੇ ਘਰ ਰਹਿਣ ਲੱਗੀ। ਇੱਕ ਦਿਨ ਮੈਂ ਉਸ ਘਰ ਵਿੱਚ ਇੱਕ ਫੋਟੋ ਫਰੇਮ ਦੇਖਿਆ ਜਿਸ ਵਿੱਚ ਉਹ ਅੰਕਲ ਤੇ ਉਸ ਦੇ ਨਾਲ ਉਸ ਦੀ ਬੇਟੀ ਸੀ ਜੋ ਬਿਲਕੁਲ ਮੇਰੇ ਵਰਗੀ ਸੀ। ਮੈਂ ਸੋਚਿਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ, ਦੋ ਲੜਕੀਆਂ ਇੱਕੋ ਸ਼ਕਲ ਸੂਰਤ ਦੀਆਂ। ਖੈਰ ਮੇਰੇ ਇਸ ਤਰ੍ਹਾਂ ਹੀ ਦਿਨ ਗੁਜ਼ਰਨ ਲੱਗੇ। ਬਹੁਤ ਵਧੀਆ ਲੱਗ ਰਿਹਾ ਸੀ, ਪਰ ਮੈਂ ਸੋਚਿਆ ਕਿ ਮੈਨੂੰ ਇਹ ਸਭ ਸੱਚ ਦੱਸ ਦੇਣਾ ਚਾਹੀਦਾ ਕਿ ਮੈਂ ਤੁਹਾਡੀ ਬੇਟੀ ਨਹੀਂ। ਮੈਂ ਇੰਨੇ ਨੂੰ ਦੱਸਣ ਹੀ ਵਾਲੀ ਸੀ ਕਿ ਘਰ ਦੇ ਦਰਵਾਜ਼ੇ ਦੀ ਬੈਲ ਕਿਸੇ ਨੇ ਖੜਕਾਈ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਹਮਸ਼ਕਲ ਮੇਰੇ ਸਾਹਮਣੇ ਖੜੀ ਸੀ। ਮੈਂ ਦੇਖ ਕੇ ਹੈਰਾਨ ਰਹਿ ਗਈ ਤੇ ਡਰ ਗਈ ਕਿ ਮੈਨੂੰ ਹੁਣ ਇਹ ਘਰੋਂ ਕੱਢ ਦੇਣਗੇ। ਪਰ ਅੱਗੇ ਜਦੋਂ ਉਹ ਅੰਕਲ ਨੂੰ ਜਾ ਕੇ ਮਿਲੀ ਤਾਂ ਅੰਕਲ ਨੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਿਆ। ਮੈਂ ਉਸ ਅੰਕਲ ਨੂੰ ਸਾਰੀ ਸੱਚਾਈ ਦੱਸ ਦਿੱਤੀ ਕਿ ਮੇਰੇ ਮਾਂ-ਬਾਪ ਦਾ ਨਾਮ ਇਹ ਹੈ ਤੇ ਮੈਂ ਇੱਥੋਂ ਆਈ ਹਾਂ। ਜੇ ਤੁਸੀਂ ਚਾਹੋ ਤਾਂ ਮੈਂ ਜਾ ਸਕਦੀ ਹਾਂ। ਉਸ ਅੰਕਲ ਨੇ ਮੇਰਾ ਹੱਥ ਫੜ ਲਿਆ ਤੇ ਕਿਹਾ, ਪੁੱਤ ਨਹੀਂ, ਤੂੰ ਵੀ ਮੇਰੀ ਧੀ ਹੀ ਆ। ਉਹ ਤਾਂ ਸ਼ੁਕਰ ਹੋਇਆ ਕਿ ਤੂੰ ਅਚਾਨਕ ਮੇਰੇ ਘਰ ਆ ਗਈ। ਤੁਸੀਂ ਦੋਨੋਂ ਜੁੜਵਾ ਭੈਣਾਂ। ਤੁਹਾਨੂੰ ਜਦੋਂ ਤੁਹਾਡੀ ਮਾਂ ਨੇ ਜਨਮ ਦਿੱਤਾ ਸੀ ਤਾਂ ਉਹ ਬਹੁਤ ਬਿਮਾਰ ਰਹਿਣ ਲੱਗੀ ਸੀ, ਇਸ ਲਈ ਮੈਂ ਇੱਕ ਨੌਕਰਾਣੀ ਰੱਖ ਲਈ। ਉਹ ਤੇਰੀ ਮਾਂ ਦੇ ਨਾਲ ਨਾਲ ਤੁਹਾਡਾ ਦੋਨਾਂ ਭੈਣਾਂ ਦਾ ਵੀ ਖਿਆਲ ਰੱਖਦੀ ਸੀ। ਮੈਂ ਉਸ ਉੱਤੇ ਅੰਨਾ ਭਰੋਸਾ ਕਰਕੇ ਕੰਮ 'ਤੇ ਚਲਾ ਜਾਂਦਾ ਸੀ ਤੇ ਉਸ ਔਰਤ ਨੇ ਉਸ ਚੀਜ਼ ਦਾ ਫਾਇਦਾ ਉਠਾਇਆ ਤੇ ਉਹ ਤੈਨੂੰ ਅਗਵਾ ਕਰਕੇ ਇੱਥੋਂ ਲੈ ਗਈ। ਮੈਂ ਉਸ ਨੂੰ ਬਹੁਤ ਲੱਭਿਆ ਪਰ ਉਹ ਮੈਨੂੰ ਕਿਤੇ ਨਹੀਂ ਮਿਲੀ। ਜੇ ਤੈਨੂੰ ਯਕੀਨ ਨਹੀਂ ਆ ਰਿਹਾ ਤਾਂ ਕੋਲ ਦੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਰਪਟ ਦੇਖ ਸਕਦੀ ਆਂ। ਆਪਣੀ ਬੇਟੀ ਦੇ ਨਾ ਮਿਲਣੇ ਤੇ ਦਾ ਦੁੱਖ ਅਤੇ ਆਪਣੀ ਪਤਨੀ ਦੇ ਵਿਛੜ ਜਾਣ ਦੇ ਗਮ ਨੇ ਮੈਨੂੰ ਤੋੜ ਕੇ ਰੱਖ ਦਿੱਤਾ। ਇਸ ਬੇਟੀ ਨੂੰ ਇਕੱਲਾ ਪਾਲਿਆ। ਇਹ ਇੱਕ ਦਿਨ ਇਹ ਵੀ ਗਾਇਬ ਹੋ ਗਈ। ਮੈਂ ਹਰ ਜਗ੍ਹਾ ਲੱਭਿਆ, ਹਰ ਯੂਨੀਵਰਸਿਟੀ, ਹਰ ਸ਼ਹਿਰ, ਜਗ੍ਹਾ ਜਗ੍ਹਾ ਰੇਡ ਪਵਾ ਕੇ ਸਭ ਕੁਝ ਬੰਦ ਕਰਵਾ ਦਿੱਤਾ, ਪਰ ਇਹ ਮੈਨੂੰ ਨਹੀਂ ਮਿਲੀ। ਤੂੰ ਮਿਲ ਗਈ। ਜਿਸ ਦਿਨ ਤੂੰ ਇੱਥੇ ਆਈ ਸੀ ਮੈਂ ਤੈਨੂੰ ਪਹਿਚਾਣ ਗਿਆ ਸੀ ਕਿ ਤੂੰ ਮੇਰੀ ਹੀ ਬੇਟੀ ਆ, ਕਿਉਂਕਿ ਉਸ ਦੀ ਚਾਲ ਢਾਲ ਬਿਲਕੁਲ ਤੇਰੇ ਵਰਗੀ ਹੀ ਸੀ। ਇਸ ਲਈ ਮੈਂ ਤੈਨੂੰ ਗਲੇ ਲਗਾ ਕੇ ਕਿਹਾ ਸੀ ਕਿ ਮੈਂ ਤੈਨੂੰ ਕਿੰਨਾ ਲੱਭਿਆ, ਤੂੰ ਕਿਤੇ ਨਹੀਂ ਮਿਲੀ। ਪਰ ਤੈਨੂੰ ਲੱਗ ਰਿਹਾ ਸੀ ਕਿ ਮੈਂ ਇਸ ਬੇਟੀ ਬਾਰੇ ਬੋਲ ਰਿਹਾ, ਪਰ ਪੁੱਤ ਇਹ ਤੇਰਾ ਘਰ ਆ। ਮੈਂ ਆਪਣੇ ਬਾਪ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਸੀ, ਪਰ ਮੈਂ ਕੁਝ ਨਹੀਂ ਬੋਲੀ ਕਿਉਂਕਿ ਰੱਬ ਨੇ ਦੁਬਾਰਾ ਬਾਪ ਦਾ ਹੱਥ ਮੇਰੇ ਸਿਰ ਉੱਤੇ ਰੱਖ ਦਿੱਤਾ ਸੀ। ਮੈਂ ਆਪਣੇ ਬਾਪ ਨੂੰ ਉਹਨਾਂ ਸਾਰੇ ਕਾਲੇ ਧੰਦਿਆਂ ਬਾਰੇ ਦੱਸਿਆ ਜੋ ਉਹ ਕਰ ਰਹੇ ਸੀ। ਮੇਰੇ ਬਾਪ ਨੇ ਰੇਡ ਪਵਾ ਕੇ ਉਹਨਾਂ ਨੂੰ ਪੁਲਿਸ ਨੂੰ ਫੜਾ ਦਿੱਤਾ ਤੇ ਮੈਂ ਇਹ ਸੋਚ ਕੇ ਸਭ ਮੰਨ ਲਿਆ ਕਿ ਇਹ ਸਭ ਮੇਰੀ ਕਿਸਮਤ ਵਿੱਚ ਸੀ ਜੋ ਮੈਨੂੰ ਕਿੱਥੋਂ ਘੁੰਮ ਘੁਮਾ ਕੇ ਆਪਣੇ ਅਸਲੀ ਬਾਪ ਕੋਲ ਪਹੁੰਚੀ। ਮੈਂ ਰੱਬ ਦਾ ਵਾਰ-ਵਾਰ ਸ਼ੁਕਰੀਆ ਅਦਾ ਕਰ ਰਹੀ ਸੀ। ਕਹਾਣੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।